ਯੂਨੀਵੀਜ਼ਾ ਕੰਸਲਟੈਂਟਸ ਡੀਲ ਕਰਦਾ ਹੈ ਹਰ ਦੇਸ਼ ਦੇ ਸਟੱਡੀ ਵੀਜ਼ਾ ਦੇ ਵਿੱਚ। ਸਿਰਫ ਇੱਥੋਂ ਤੱਕ ਹੀ ਨਹੀਂ, ਜਦੋਂ ਸਟੱਡੀ ਵੀਜ਼ਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਵੀ ਸਟੂਡੈਂਟਸ ਦੀ ਹੈਲਪ ਕੀਤੀ ਜਾਂਦੀ ਹੈ। ਜਿਵੇਂ ਕਿ ਜੇਕਰ ਸਟੂਡੈਂਟ ਨੇ ਅਕੋਮੋਡੇਸ਼ਨ ਲੈਣੀ ਹੈ, ਕੋਰਸ ਰਜਿਸਟਰ ਕਰਨਾ ਹੈ, ਕਿਉਂਕਿ ਸਟੱਡੀ ਵੀਜ਼ਾ ਤੋਂ ਬਾਅਦ ਵਰਕ ਪਰਮਿਟ ਜਾਂ PR ਅਪਲਾਈ ਕਰਨੀ ਹੈ। ਯੂਨੀਵੀਜ਼ਾ ਕੰਸਲਟੈਂਟਸ ਇਸ ਤੋਂ ਬਿਨਾਂ ਟੂਰਿਸਟ ਵੀਜ਼ਾ ਐਂਡ ਬਿਜ਼ਨਸ ਵੀਜ਼ਾ ਵਿੱਚ ਵੀ ਡੀਲ ਕਰਦਾ ਹੈ। ਯੂਨੀਵੀਜ਼ਾ ਕੰਸਲਟੈਂਟਸ ਦੀਆਂ ਇੰਡੀਆ, ਆਸਟ੍ਰੇਲੀਆ, ਕੈਨੇਡਾ ਅਤੇ UK ਦੇ ਵਿੱਚ ਬ੍ਰਾਂਚਸ ਹਨ। ਇੰਡੀਆ ਦੇ ਵਿੱਚ ਪੰਜਾਬ ਵਿੱਚ 3 ਬ੍ਰਾਂਚਸ ਹਨ, ਜੋ ਕਿ ਬਠਿੰਡਾ, ਮੋਹਾਲੀ ਅਤੇ ਸੰਗਰੂਰ ਵਿੱਚ ਲੋਕੇਟਡ ਹਨ। ਸੋ ਕਿਸੇ ਵੀ ਕੰਟਰੀ ਦੇ ਵੀਜ਼ਾ ਸੰਬੰਧੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰਸ ਤੋਂ ਲੈ ਸਕਦੇ ਹੋ। अपना फ्रेंड्स चैनल देख रहे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਫ਼ ਤੇ ਸਿੱਧੀ ਗੱਲ, ਮੇਰੇ ਨਾਲ ਜਾਨੀ ਕਿ ਹਰਮੀਤ ਬਮਰਾ ਦੇ ਨਾਲ। ਤੇ ਅੱਜ ਅਸੀਂ ਗੱਲ ਕਰਾਂਗੇ ਸਾਫ਼ ਤੇ ਸਿੱਧੀ, ਜਿਸ ਤਰ੍ਹਾਂ ਕਿ ਮੈਲਬਨ ਦੇ ਵਿੱਚ ਕੁਝ ਮਾਹੌਲ ਗਰਮਾਇਆ ਹੋਇਆ ਇਲੈਕਸ਼ਨ ਨੂੰ ਲੈ ਕੇ। ਤੇ ਇੱਕ ਚੀਜ਼ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣੀ ਬਹੁਤ ਜ਼ਰੂਰੀ ਸਮਝਦਾ ਵਾਂ ਕਿ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਅਸੀਂ ਲੋਕ ਜਦੋਂ ਵੋਟਾਂ ਜਿਹੜੀਆਂ ਹੈਗੀਆਂ ਸਾਡੇ ਲੋਕਾਂ ਦੀਆਂ, ਤੁਹਾਡੇ ਲੋਕਾਂ ਦੀਆਂ, ਇਹ ਬਹੁਤ ਕੀਮਤੀ ਹੋ ਜਾਂਦੀਆਂ। ਇਹ ਡਿਸੀਜਨ ਕਰਦੀਆਂ ਉਸ ਕੈਂਡੀਡੇਟ ਦਾ ਤੇ ਤੁਹਾਡੇ ਜਿੱਥੇ ਤੁਸੀਂ ਇਲਾਕੇ 'ਚ ਰਹਿੰਦੇ ਜੇ ਉਸ ਦਾ ਡਿਸੀਜਨ ਕਰਦੀਆਂ ਕਿ ਉਸ ਇਲਾਕੇ ਦੀ ਹੁਣ ਦੇਖ ਰੇਖ ਕਿਸ ਦੇ ਹੱਥਾਂ 'ਚ ਤੁਸੀਂ ਦੇਣ ਜਾ ਰਹੇ ਜੀ। ਤੇ ਕੈਂਡੀਡੇਟ ਕਿਹੋ ਜਿਹਾ ਹੋਣਾ ਚਾਹੀਦਾ, ਅਗਰ ਅਸੀਂ ਇੱਕ ਪੈਮਾਨਾ ਬਣਾ ਲਈਏ ਕਿ ਕੈਂਡੀਡੇਟ ਇਹੋ ਜਿਹਾ ਹੋਣਾ ਚਾਹੀਦਾ ਤੇ ਫਿਰ ਸਾਨੂੰ ਥੋੜਾ ਜਿਹਾ ਸੌਖਾ ਰਹੇਗਾ ਕਿ ਵਾਕਈ ਸਾਡਾ ਕੈਂਡੀਡੇਟ ਉਸ ਦੇ ਵਿੱਚ ਫਿੱਟ ਬੈਠਦਾ। ਜੋ ਕਿ ਮੇਰੀ ਸਮਝ 'ਚ ਪੈਂਦਾ, ਮੈਨੂੰ ਏਦਾਂ ਲੱਗਦਾ ਕਿ ਕੈਂਡੀਡੇਟ ਇੱਕ ਏਦਾਂ ਦਾ ਹੋਣਾ ਚਾਹੀਦਾ ਜਿਹੜਾ ਕਿ ਆਲਰੇਡੀ ਪਬਲਿਕ ਦੇ ਵਿੱਚ ਵਿਚਰਦਾ ਹੋਵੇ, ਪਬਲਿਕ ਨੂੰ ਜਾਣਦਾ ਹੋਵੇ, ਪਬਲਿਕ ਉਸ ਨੂੰ ਜਾਣਦੀ ਹੋਵੇ। ਏਦਾਂ ਨਾ ਹੋਵੇ ਕਿ ਕੋਈ ਬੰਦਾ ਘਰੋਂ ਉੱਠ ਕੇ ਆ ਜਾਵੇ ਤੇ ਸਿੱਧਾ ਆ ਕੇ ਵੀ ਮੈਂ ਖੜਾ ਹੋ ਗਿਆ ਤੇ ਉਹ ਬੰਦੇ ਦਾ ਇੰਟਰਸਟ ਇਹ ਹੋਵੇ ਵੀ ਚਲੋ ਇਸ ਬਹਾਨੇ ਦੇ ਨਾਲ ਮੇਰਾ ਆਪਣਾ ਬਿਜ਼ਨਸ ਦਾ ਪ੍ਰਮੋਸ਼ਨ ਹੋ ਜਾਏਗੀ, ਮੇਰੀ ਆਪਣੀ ਪ੍ਰਮੋਸ਼ਨ ਹੋ ਜਾਏਗੀ। ਕਿਉਂਕਿ ਜਦੋਂ ਇਹੋ ਜਿਹਾ ਕੋਈ ਅਣਜਾਣ ਬੰਦਾ ਜਿਸ ਦਾ ਕਮਿਊਨਿਟੀ ਦੇ ਨਾਲ ਕਦੀ ਪਹਿਲੇ ਰਾਬਤਾ ਨਹੀਂ ਹੋਇਆ, ਕੋਈ ਲੈਣ ਦੇਣ ਨਹੀਂ ਹੋਇਆ, ਕਦੀ ਕਮਿਊਨਿਟੀ ਦਾ ਕੋਈ ਕੰਮ ਨਾ ਕੀਤਾ ਹੋਵੇ ਤੇ ਇੱਕਦਮ ਆ ਕੇ ਤੁਹਾਨੂੰ ਖੜਾ ਹੋ ਜਾਵੇ ਤੇ ਤੁਸੀਂ ਆਪਣੇ ਆਂਢੀਆਂ ਗਵਾਂਢੀਆਂ ਨੂੰ ਪੁੱਛਦੇ ਰਹੋ ਵੀ ਇਹ ਕੌਣ ਹੈ। ਤੇ ਮਤਲਬ ਇਹ ਕਿ ਜਾਂ ਤੇ ਉਹ ਆਪਣੇ ਆਪ ਨੂੰ ਪ੍ਰਮੋਟ ਕਰ ਰਿਹਾ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਰਿਹਾ। ਤੇ ਜਿਹੜਾ ਬੰਦਾ ਇਹੋ ਜਿਹਾ ਕੰਮ ਕਰੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਤੁਹਾਡੀ ਆਵਾਜ਼ ਬਣਾਇਆ। ਦੂਸਰੇ ਨੰਬਰ ਦੇ ਉੱਤੇ ਕੈਂਡੀਡੇਟ ਦੇ ਵਿੱਚ ਇੱਕ ਇਹ ਕਾਬਲੀਅਤ ਬਹੁਤ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਕਿਉਂਕਿ ਅਸੀਂ ਜਿੱਥੇ ਆਸਟ੍ਰੇਲੀਆ 'ਚ ਰਹਿੰਦੇ ਹਾਂ, ਮਲਟੀ ਕਲਚਰਲ, ਇੱਥੇ ਵੱਖੋ ਵੱਖਰੇ ਲੋਕ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਉਹ ਪੂਰੀ ਤਰ੍ਹਾਂ ਗੱਲ ਕਰ ਪਾਵੇ। ਉਸਨੂੰ ਉਹਦੀ ਵੱਖੋ ਵੱਖਰੀ ਲੈਂਗੁਏਜ ਦੇ ਉੱਤੇ ਇੱਕ ਚੰਗੀ ਕਮਾਂਡ ਹੋਣੀ ਚਾਹੀਦੀ ਹੈ ਕਿ ਉਹ ਹਰੇਕ ਭਾਸ਼ਾ ਦੇ ਵਿੱਚ 1000 10,000 ਬੰਦੇ ਦੇ ਵਿੱਚ ਸਟੇਜ ਤੇ ਖਲੋ ਕੇ ਗੱਲਬਾਤ ਕਰ ਪਾਵੇ। ਇਹ ਨਹੀਂ ਹੈ ਕਿ ਇਦਾਂ ਨਹੀਂ ਹੁੰਦਾ ਕਿ ਕਿਸੇ ਬੰਦੇ ਨੇ ਉਹਦੇ 4 ਯਾਰ ਦੋਸਤ ਨੇ ਉਹਨੂੰ ਕਿਹਾ ਵੀ ਤੂੰ ਖੜਾ ਹੋ ਜਾ ਤੇ ਆਪਾਂ ਚਲੋ ਕੈਂਡੀਡੇਟ ਕਰੀਏ। ਕੈਂਡੀਡੇਟ ਉਹੋ ਜਿਹਾ ਹੋਣਾ ਚਾਹੀਦਾ ਜਿਸ ਨੂੰ ਅਸੀਂ ਦੇਖਦੇ ਆ ਰਹੇ ਹਾਂ ਕਿ ਵਾਕਈ ਉਹ ਪਹਿਲੇ ਹੀ ਕਦੀ ਕਮਿਊਨਿਟੀ ਦੇ ਕੋਈ ਕੰਮ ਕਰ ਰਿਹਾ, ਕਮਿਊਨਿਟੀ ਲਈ ਪਹਿਲੇ ਹੀ ਖੜਾ ਹੁੰਦਾ ਜਾਂ ਕਮਿਊਨਿਟੀ ਲਈ ਪਹਿਲੇ ਹੀ ਕਦੀ ਉਹ ਬੋਲਦਾ ਵੈ। ਤੇ ਅਗਰ ਉਹ ਬੰਦਾ ਕਮਿਊਨਿਟੀ ਲਈ ਅੱਜ ਕੈਂਡੀਡੇਟ ਖੜਾ ਤੇ ਸਾਨੂੰ ਪਤਾ ਵੀ ਉਹ ਆਲਰੇਡੀ ਕਮਿਊਨਿਟੀ ਦੇ ਨਾਲ ਇਨ ਟੱਚ ਹੈ, ਕਮਿਊਨਿਟੀ ਦੀਆਂ ਆਲਰੇਡੀ ਉਹਨੂੰ ਕੁਝ ਸਮੱਸਿਆ ਦਾ ਤਾਂ ਪਤਾ ਹੀ ਹੋਏਗਾ, ਜਿਹੜਾ ਆਲਰੇਡੀ ਬੰਦਾ 1000 ਜਾਂ 10,000 ਬੰਦੇ ਦੇ ਵਿੱਚ ਵਿਚਰਦਾ। ਮੇਰਾ ਸਿਰਫ ਕਹਿਣ ਤੋਂ ਅੱਜ ਇਹ ਭਾਵ ਇਹਦੇ ਨਾਲ ਇਹ ਹੈਗਾ ਕਿ ਅਸੀਂ ਜਦੋਂ ਆਪਣੀ ਵੋਟ ਦੇਣੀ ਹੈ ਅਸੀਂ ਇਹ ਦੇਖੀਏ ਕਿ ਬੰਦਾ ਪਹਿਲਾਂ ਤੋਂ ਕਮਿਊਨਿਟੀ ਨੂੰ ਤੇ ਕਮਿਊਨਿਟੀ ਦੇ ਕੰਮਾਂ ਨਾਲ ਕਿਹੜਾ ਜੁੜਿਆ ਹੋਇਆ ਵਾ, ਕਿਹੜਾ ਬੰਦਾ ਇਹੋ ਜਿਹਾ ਹੈਗਾ ਕਿ ਜਿਸ ਨੂੰ ਅਸੀਂ ਚੁਣ ਸਕਦੇ ਹਾਂ। ਸੋ ਅੱਜ ਮੇਰੇ ਨਾਲ ਹੈਗੇ ਨੇ ਇਸ ਦੇ ਵਿੱਚ ਜਸਬੀਰ ਸਿੰਘ ਜੀ। ਤੇ ਜਸਬੀਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹੁਣ ਮੈਲਬਨ ਦੇ ਵਿੱਚ ਮੌਸਮ ਥੋੜਾ ਜਿਹਾ ਗਰਮਾਇਆ ਹੋਇਆ ਹੈ ਇਹਨੂੰ ਇਲੈਕਸ਼ਨ ਨੂੰ ਲੈ ਕੇ, ਤੇ ਤੁਸੀਂ ਵੀ ਹੈਂਟਲੀ ਵਾਰਡ ਤੋਂ ਐਜ਼ ਕੈਂਡੀਡੇਟ ਖੜੇ ਜੇ ਤੇ ਅਸੀਂ ਜਾਣਾਂਗੇ ਕਿ ਜਸਬੀਰ ਸਿੰਘ ਜੀ ਇਹ ਸਾਡੇ
ਫਰੇਮ ਦੇ ਵਿੱਚ ਫਿੱਟ ਬੈਠਦੇ ਨੇ ਕਿ ਨਹੀਂ ਬੈਠਦੇ, ਤੁਸੀਂ ਇਹ ਡਿਸੀਜਨ ਕਰੋਗੇ ਵੋਟਾਂ ਵਾਲੇ ਦਿਨ। ਜਸਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਫ਼ ਤੇ ਸਿੱਧੀ ਗੱਲ 'ਚ। ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਤੇ ਸਾਰੇ ਸਰੋਤੇ ਜਿਹੜੇ ਸੁਣ ਰਹੇ, ਧੰਨਵਾਦ ਤੁਹਾਡੇ ਚੈਨਲ ਦਾ, ਬਹੁਤ ਬਹੁਤ ਧੰਨਵਾਦ ਜੋ ਸਾਡੀ ਕਵਰੇਜ ਕਰ ਰਹੇ ਹੋ। ਤੇ ਤੁਸੀਂ ਹੁਣ ਜੇ ਤੁਸੀਂ ਜੋ ਤੁਸੀਂ ਸਵਾਲ ਪੁੱਛੋਗੇ ਤੇ ਅਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਕੇ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਜਸਵੀਰ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਇਹੋ ਹੀ ਹੈ ਕਿ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਕਿ ਕਮਿਊਨਿਟੀ ਦੇ ਵਿੱਚ ਤੁਹਾਡਾ ਕਿਸ ਤਰੀਕੇ ਨਾਲ ਮਤਲਬ ਕਿ ਮਿਲਵਰਤਨ ਹੈਗਾ, ਕਿ ਕਮਿਊਨਿਟੀ ਦੇ ਕਿੰਨਾ ਕੁ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਐਕਟਿਵ ਹੋ, ਕਿੰਨੇ ਕੁ ਐਕਟਿਵ ਨਹੀਂ ਹੋ, ਉਹਦੇ ਬਾਰੇ ਥੋੜੇ ਜਿਹੇ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਵੇਖੋ ਜੀ, ਵਾਹਿਗੁਰੂ ਦੀ ਕਿਰਪਾ ਨਾਲ ਪਿਛਲੇ ਕਈ ਸਾਲਾਂ ਤੋਂ ਮੇਰੇ ਖਿਆਲ ਸਾਨੂੰ ਇੱਥੇ 10 ਸਾਲ ਉੱਪਰ ਹੋ ਗਏ ਆਇਆ ਨੂੰ ਆਸਟ੍ਰੇਲੀਆ ਵਿੱਚ। ਤੇ ਅਸੀਂ ਪਹਿਲਾਂ ਵੀ ਸਿੰਗਾਪੁਰ ਤੋਂ ਵੀ ਇਹੋ ਕੰਮ ਕਰਦੇ ਕਮਿਊਨਿਟੀ ਵਿੱਚ 15 ਸਾਲ, ਤੇ ਸਾਰਾ ਜੇ ਪਾਈਏ ਲਗਭਗ 25 ਸਾਲ ਹੋ ਗਿਆ ਕਮਿਊਨਿਟੀ ਵਿੱਚ ਵਿਚਰਦਿਆਂ, ਕਮਿਊਨਿਟੀ ਪ੍ਰੋਜੈਕਟਸ ਕਰਦਿਆਂ। ਤੇ ਇੱਥੇ ਆਸਟ੍ਰੇਲੀਆ ਵਿੱਚ ਅਸੀਂ ਮੈਲਬਰਨ ਵਿਖੇ, ਜਿੱਥੇ ਹੁਣ ਅਸੀਂ ਰਹਿ ਰਹੇ ਹਾਂ, ਹੈਂਟੀ ਵਾਰਡ ਵਿੱਚ ਪੈਕਨਮ ਕਾਰਡੀਨਲ ਸ਼ਾਇਰ ਜਿਹੜਾ ਸਾਡਾ ਕਾਉਂਸਲ ਏਰੀਆ ਵਾ, ਉਹਦੇ ਵਿੱਚ ਇਸ ਇਲਾਕੇ ਵਿੱਚ ਅਸੀਂ ਕਾਰਡੀਨਲ ਸ਼ਾਇਰ ਪਿਛਲੇ 7-8 ਸਾਲ ਤੋਂ ਅਸੀਂ ਕਮਿਊਨਿਟੀ ਵਿੱਚ ਕੰਮ ਕਰ ਰਹੇ ਆ। ਕਮਿਊਨਿਟੀ ਨਾਲ ਸਿਰਫ ਸਾਡੀ ਸਿੱਖ ਕਮਿਊਨਿਟੀ ਇਕੱਲੀ ਨਹੀਂ, ਸਾਰੇ ਦੂਸਰੇ ਧਰਮਾਂ ਦੇ ਜਿਹੜੇ, ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਹੀ ਵਿੱਚ ਦੱਸਿਆ ਸੀ ਭਾਈ, ਮਲਟੀ ਕਲਚਰਲ ਕਮਿਊਨਿਟੀ ਆ ਆਸਟ੍ਰੇਲੀਆ, ਹਨਾ। ਤੇ ਇੱਥੇ ਇਸ ਇਲਾਕੇ 'ਚ ਵੀ ਬਹੁਤ ਦੂਸਰੇ ਧਰਮਾਂ ਦੇ ਵੱਖੋ ਵੱਖ ਇੱਥੇ ਇਨਕਰੀਜ਼ ਹੋ ਰਹੀ ਹੈ ਉਹਨਾਂ ਦੀ ਪੋਪੂਲੇਸ਼ਨ। ਤੇ ਅਸੀਂ ਇੱਥੇ ਕਾਫੀ ਕੰਮ ਕੀਤਾ ਵੱਖਰੇ ਵੱਖਰੇ ਕਮਿਊਨਿਟੀਆਂ ਵਿੱਚ, ਭਾਵੇਂ ਉਹ ਕ੍ਰਿਸਚਨ ਚਰਚਾਂ ਵਿੱਚ ਜਾ ਕੇ ਵੀ ਅਸੀਂ ਸਿੱਖ ਧਰਮ ਬਾਰੇ ਰਿਪਰੈਜ਼ੈਂਟੇਸ਼ਨ ਕਰ ਚੁੱਕੇ ਹਾਂ। ਸਕੂਲਾਂ ਵਿੱਚ ਵੀ ਜਾ ਕੇ, ਜਿੱਥੇ ਸਾਡੇ ਬੱਚਿਆਂ ਨੂੰ ਬੁਲੀ ਹੁੰਦਾ ਸੀਗਾ, ਉੱਥੇ ਵੀ ਅਸੀਂ ਜਾ ਕੇ ਸਿੱਖੀ ਬਾਰੇ ਪ੍ਰੈਜ਼ੈਂਟੇਸ਼ਨ ਕੀਤੀ ਆ ਸਕੂਲਾਂ ਵਿੱਚ ਲੋਕਲੀ। ਤੇ ਹੋਰ ਵੀ ਕਮਿਊਨਿਟੀ ਜੋ ਵੀ ਇੱਥੇ ਸਰਵਿਸਿਜ਼ ਹੈਗੇ, ਭਾਵੇਂ ਤੁਸੀਂ ਮੈਂਟਲ ਹੈਲਥ ਕਰ ਲਓ, ਫੈਮਿਲੀ ਵਾਇਲੈਂਸ ਦੀ ਕਰ ਲਓ, ਹੋਰ ਵੀ ਫਾਈਨੈਂਸ਼ੀਅਲ ਇਸ਼ੂ, ਜਾਂ ਹੋਰ ਵੀ ਸਾਡੇ ਕੋਈ ਸੰਸਥਾਵਾਂ ਨੇ ਜਿੱਥੇ ਵੀ ਫੰਡਿੰਗ ਦੇ ਸਿਸਟਮ ਆ, ਫੰਡਿੰਗ ਦੀ ਲੋੜ ਆ, ਤੇ ਕੀ ਇਸ ਵੇਲੇ ਕਮਿਊਨਿਟੀ 'ਚ ਕੀ ਪ੍ਰੋਬਲਮ ਚੱਲ ਰਿਹਾ, ਉਹਦੇ ਨਾਲ ਅਸੀਂ ਕਾਫੀ ਕਈ ਸਾਲਾਂ ਵਿੱਚ ਵੱਖਰੇ ਵੱਖਰੇ ਏਜੰਸੀ ਜਿਹੜੇ ਬਾਕੀ ਪ੍ਰੋਫੈਸ਼ਨਲ NGOs ਆ, ਉਹਨਾਂ ਨਾਲ ਅਸੀਂ ਕੰਮ ਕਰ ਰਹੇ ਹਾਂ। ਤੇ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਉਹ ਕੁਝ ਦੱਸੋਗੇ ਵੀ ਕੌਣ ਇਹੋ ਜਿਹੀਆਂ ਸੰਸਥਾਵਾਂ ਹੈਗੀਆਂ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਏ ਜੇ ਤੇ ਆਲਰੇਡੀ ਇਹ ਕੰਮ ਇਹੋ ਜਿਹੇ ਕਰ ਰਹੇ ਤੁਸੀਂ? ਹਾਂਜੀ, ਤੁਸੀਂ ਜਿਹੜਾ ਅਸੀਂ ਹੁਣ ਸੇਵਾ ਕਰ ਰਹੇ ਆ, ਅਸੀਂ ਕਾਰਡੀਨੀਆ ਇੰਟਰਫੇਥ ਨੈਟਵਰਕ ਵਿੱਚ ਵੋਲੰਟੀਅਰ ਮੈਂਬਰ ਆ ਕਈ ਸਾਲਾਂ ਤੋਂ। ਉਦੋਂ ਇੱਥੇ ਕੋਈ ਗੁਰਦੁਆਰਾ ਨਹੀਂ ਸੀ ਬਣਿਆ, ਅਸੀਂ ਇੱਥੇ KC ਕਾਰਡੀਨੀਆ ਡੈਨੀਨੋਕ ਤੇ ਖਾਸ ਤੌਰ ਤੇ ਅਸੀਂ ਕਾਰਡੀਨੀਆ ਦੀ ਗੱਲ ਕਰ ਰਹੇ ਹਾਂ। ਤੇ ਕਾਰਡੀਨੀਆ ਇੰਟਰਫੇਥ ਨੈਟਵਰਕ ਅਸੀਂ ਕਈ ਸਾਲ ਰਹੇ ਹਾਂ ਉੱਥੇ ਵਿੱਚ, ਜਿਸ ਤਰ੍ਹਾਂ ਫੋਰਮ ਹੁੰਦੀ ਵੱਖਰੇ ਵੱਖਰੇ ਧਰਮਾਂ ਦੀ, ਅਸੀਂ ਸਿੱਖੀ ਬਾਰੇ ਪ੍ਰਚਾਰ ਕਰਦੇ ਹਾਂ। ਤੇ ਕਾਰਡੀਨੀਆ ਇੰਟਰਫੇਥ ਨੈਟਵਰਕ ਕਈ ਵਾਰ ਗਰੁੱਪ ਲਿਆਉਂਦੀ ਆ ਭਈ ਅਸੀਂ ਗੁਰਦੁਆਰੇ ਆ ਕੇ ਵਿਜ਼ਿਟ ਕਰਨਾ। ਉਦੋਂ ਇਸ ਇਲਾਕੇ 'ਚ ਗੁਰਦੁਆਰਾ ਹੈ ਨਹੀਂ ਸੀ, ਅਸੀਂ ਉਹਨਾਂ ਨੂੰ ਕੀਸਬਰਾ ਗੁਰਦੁਆਰਾ ਲੈ ਕੇ ਜਾਂਦੇ ਸੀ, ਉੱਥੇ ਫਿਰ ਉਹਨੇ ਸਾਰੇ ਸਿੱਖੀ ਬਾਰੇ ਦੱਸੇ ਕਿ ਸਾਰੀ ਸਿੱਖ ਧਰਮ ਕੀ ਆ। ਤੇ ਦੂਸਰਾ ਸਾਡਾ ਸਿੱਖ ਵੋਲੰਟੀਅਰ ਆਸਟ੍ਰੇਲੀਆ, ਇਹਨਾਂ ਨਾਲ ਕਈ ਸਾਲਾਂ ਤੋਂ ਅਸੀਂ ਜੁੜੇ, ਜਦੋਂ ਇਹ ਨਵੇਂ ਸ਼ੁਰੂ ਹੋਏ ਸੀ, ਜਦੋਂ ਵੈਨ ਲਾਂਚ ਕੀਤੀ ਸੀ, ਫ੍ਰੀ ਫੂਡ ਵੈਨ ਸਿੱਖ ਵੋਲੰਟੀਅਰ ਆਸਟ੍ਰੇਲੀਆ, ਸਾਰੇ ਕਾਫੀ ਜਾਣਦੇ ਆ। ਸੋ ਇਹਨਾਂ ਦਾ ਮੈਂ ਵੀ ਬਹੁਤ ਵੋਲੰਟੀਅਰ ਕਰ ਰਿਹਾ ਬੈਕ ਐਂਡ ਤੇ ਇਹ ਸੇਵਾਦਾਰ ਬਹੁਤ ਸੇਵਾ ਕਰ ਰਹੇ ਆ। ਤੇ ਨਾਲ ਵੀ ਤੁਹਾਨੂੰ ਪਤਾ ਇੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਵਾ, ਸ੍ਰੀ ਗੁਰੂ ਨਾਨਕ ਦਰਬਾਰ, ਉੱਥੇ ਵੀ ਅਸੀਂ ਵੋਲੰਟੀਅਰ। ਤੇ ਜਿਹੜੀ ਵਿਕਟੋਰੀਆ ਦੀ ਪੁਲਿਸ ਮਲਟੀਫੇਥ ਨੈਟਵਰਕ ਆ ਨਾ, ਕਾਉਂਸਲ ਆ ਪੁਲਿਸ ਦੀ ਵਿਕਟੋਰੀਆ ਦੀ, ਉਹਨਾਂ ਵਿੱਚ ਵੀ ਅਸੀਂ ਰੈਪਰੈਜ਼ੈਂਟੇਟਿਵ ਆ ਸਿੱਖ ਕਮਿਊਨਿਟੀ ਦੇ ਬਿਹਾਫ। ਤੇ ਨਾਲ ਹੀ ਜਿਹੜਾ ਇੰਟਰਫੇਥ ਨੈਟਵਰਕ ਡੈਂਡੀਨੋਂਗ ਦਾ, ਉੱਥੇ ਵੀ ਅਸੀਂ ਜੁੜੇ ਆ। ਤੇ ਇੱਕ ਹੈਗਾ VCC ਐਮਰਜੈਂਸੀ ਮਿਨਿਸਟਰੀ, ਇਹ ਵਾ ਜਿਸ ਤਰ੍ਹਾਂ ਅੱਗਾਂ ਲੱਗੀਆਂ ਸੀ ਪਿੱਛੇ ਬੁਸ਼ ਫਾਇਰਸ ਇੱਥੇ ਸ਼ਾਇਦ ਗਾਂ ਜਾ ਕੇ ਨਾ ਆਊਟਬੈਕ, ਜਿੱਥੇ ਬ੍ਰੇਨਸਵਿਲ ਜਗ੍ਹਾ ਵਿੱਚ। ਸੋ ਸਾਡਾ ਕੰਮ ਆ ਫਰਸਟ ਏਡ, ਸਾਈਕੋਲੋਜੀਕਲ ਏਡ ਦੇਣੀ। ਸੋ ਅਸੀਂ ਉੱਥੇ ਜਾ ਕੇ ਜਿਹੜੇ ਅਫੈਕਟਡ ਹੋਏ ਆ ਫਾਇਰ ਨਾਲ, ਭਾਵੇਂ ਕੁਛ ਡਿਜ਼ਾਸਟਰ ਹੋਏ, ਅਸੀਂ ਜਾ ਕੇ ਉਹਨਾਂ ਨਾਲ ਬਹਿ ਕੇ ਉਹਨਾਂ ਨਾਲ ਦੁੱਖ ਸੁੱਖ ਕਰਨਾ। ਤੇ ਜ਼ਿਆਦਾ ਇਹ ਜਿਹੜੇ ਅਸੀਂ ਜਾ ਕੇ ਕਰਦੇ ਆ ਗੋਰੇ ਤੇ ਦੂਸਰੇ ਧਰਮਾਂ ਦੇ, ਬਸ ਜ਼ਿਆਦਾ ਪੋਪੂਲੇਸ਼ਨ ਗੋਰੇ ਕਰਕੇ। ਤੇ ਬਾਕੀ ਹੋਰ ਜਿਹੜੇ ਅਸੀਂ ਸਿੱਖ ਇੰਟਰਫੇਥ ਕਾਉਂਸਲ ਆਫ ਵਿਕਟੋਰੀਆ ਦੇ ਅਸੀਂ ਚੇਅਰਪਰਸਨ ਇਸ ਵੇਲੇ ਪਿਛਲੇ 7-8 ਸਾਲ ਤੋਂ ਜੁੜੇ ਆ। ਤੇ ਹੁਣ ਪਿਛਲੇ 3-4 ਸਾਲ ਅਸੀਂ ਇੰਟਰਫੇਥ ਤੇ, ਉਹਦੇ ਕਰਕੇ ਅਸੀਂ ਫਿਰ ਮਲਟੀ ਫੇਥ ਐਡਵਾਈਜ਼ਰੀ ਗਰੁੱਪ ਜਿਹੜੀ ਮੈਗ ਵਾ, ਉਹ ਜਿਹੜੀ ਮੇਨ ਪਿਕ ਬੋਡੀ ਵਿਕਟੋਰੀਆ ਵਿੱਚ, ਜਿਹੜੀ ਵਿਕਟੋਰੀਆ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਨੂੰ ਐਡਵਾਈਜ਼ ਕਰਦੀ ਆ ਆਪੋ ਆਪਣੇ ਧਰਮਾਂ ਬਾਰੇ। ਸੋ ਉੱਥੇ ਅਸੀਂ ਉਸ ਕਮੇਟੀ ਵਿੱਚ ਬੈਠੇ ਆ। ਤੇ ਨਾਲ ਹੀ ਇਹ ਸਾਊਥ ਈਸਟ ਕਮਿਊਨਿਟੀ ਲਿੰਕ, ਜੋ ਕਿ ਨਵੇਂ ਮਾਈਗ੍ਰੈਂਟ ਆਉਂਦੇ ਆ ਉੱਥੇ, ਉਹਨਾਂ ਨੂੰ ਜਾਣਕਾਰੀ ਪਈ ਸੈਟਲਮੈਂਟ ਪ੍ਰੋਗਰਾਮ ਹੋਰ ਕੁਝ, ਉਹਦੇ ਵਿੱਚ ਅਸੀਂ ਮੈਂਬਰ ਐਡਵਾਈਜ਼ਰੀ ਗਰੁੱਪ ਫॉर ਫੈਮਿਲੀ ਵਾਇਲੈਂਸ ਪ੍ਰੀਵੈਂਸ਼ਨ, ਉਹਦੇ ਵਿੱਚ ਅਸੀਂ ਸ਼ਾਮਲ ਆ।
ਤੇ ਨਾਲ ਹੀ ਪਿੱਛੇ ਕਈ ਸਾਲਾਂ ਤੋਂ ਅਸੀਂ ਜਦੋਂ ਇੱਥੇ ਆਏ ਆ, ਅਸੀਂ ਵੇਖਿਆ ਭਈ ਸਾਡੇ ਪਰਿਵਾਰਾਂ ਵਿੱਚ ਕਾਫੀ ਘਰੇਲੂ ਮਾਮਲੇ ਜਾਂ ਹਿੰਸੇ ਚੱਲ ਰਹੀ ਆ, ਫੈਮਿਲੀ ਵਾਇਲੈਂਸ ਦੇ। ਤੇ ਸੋ ਡੋਮੈਸਟਿਕ ਵਾਇਲੈਂਸ। ਸੋ ਉਦੋਂ ਦੇ ਅਸੀਂ 2005 ਤੋਂ ਅਸੀਂ ਇੱਕ ਸੰਸਥਾ ਖੜੀ ਕੀਤੀ ਆ, ਸਿੱਖ ਆਸਟ੍ਰੇਲੀਅਨ ਸਪੋਰਟ ਫॉर ਫੈਮਿਲੀ ਵਾਇਲੈਂਸ। ਅਸੀਂ ਫਾਊਂਡਰ ਡਾਇਰੈਕਟਰ ਆ ਤੇ ਉਹ ਅਸੀਂ ਚਲਾਉਂਦਿਆਂ ਹੁਣ ਕਾਫੀ ਸਾਲ ਹੋ ਗਏ ਤੇ ਅਸੀਂ ਵਰਕਸ਼ਾਪ ਰਨ ਕਰਦੇ ਆ, ਜਿਹਦਾ ਇਸ ਵੇਲੇ ਹੁਣ ਕਾਫੀ ਪ੍ਰੋਫੈਸ਼ਨਲ ਲੈਵਲ ਤੇ ਕੰਮ ਚੱਲ ਰਿਹਾ ਵਾ। ਉਹ ਅਸੀਂ ਰਨ ਕਰਦੇ, ਜਿਹਦੇ ਉਹ ਪ੍ਰੋਗਰਾਮ ਆ ਹੈਲਥੀ ਫੈਮਿਲੀ ਹੈਲਥੀ ਰਿਲੇਸ਼ਨਸ਼ਿਪ, ਜਿਹਦੇ ਵਿੱਚ ਪਰਿਵਾਰਾਂ ਨੂੰ ਕਹਿੰਦੇ ਭਈ ਕਿਵੇਂ ਤੁਸੀਂ ਘਰ ਵਿੱਚ ਕਿਵੇਂ ਇਕੱਠੇ ਪਿਆਰ ਦਾ ਸਤਿਕਾਰ ਦਾ ਮੀਆਂ ਬੀਬੀ ਦਾ ਕਰਨਾ, ਬੱਚਿਆਂ ਦਾ ਕਿਵੇਂ ਗੱਲਬਾਤ ਕਰਨੀ ਬਿਲਾ ਵਾਇਲੈਂਸ ਤੋਂ ਬਿਨਾਂ। ਨਹੀਂ ਕਿ ਜਦੋਂ ਗੱਲਬਾਤ ਬਾਹਰ ਚੱਲ ਜਾਏ, ਜੋ ਪੁਲਿਸ ਵੱਲ ਚੱਲ ਜਾਵੇ ਜਾਂ ਸਿਸਟਮ ਵਿੱਚ ਪੈ ਜਾਵੇ, ਫਿਰ ਪਰਿਵਾਰ ਟੁੱਟਦੇ ਆ। ਜਦੋਂ ਇੰਟਰਵੈਂਸ਼ਨ ਕੋਰਟ ਦਾ ਆ ਜਾਂਦਾ, ਫਿਰ ਬਹੁਤ ਕੰਮ ਖਰਾਬ ਹੋ ਜਾਂਦਾ ਤੇ ਬੱਚੇ ਵੀ ਵਿੱਚ ਵਿਚਾਰੇ ਰੁਲਦੇ ਆ। ਸੋ ਇਹ ਜਿਹੜਾ ਹੈਗਾ, ਤੇ ਨਾਲੇ ਸਾਡਾ ਜਿਹੜਾ ਹੁਣ ਬਣਿਆ ਵਿਕਟੋਰੀਆ ਸਿੱਖ ਗੁਰਦੁਆਰਾ ਕਾਉਂਸਲ, 5 ਗੁਰਦੁਆਰੇ ਨੇ, ਉਹਨਾਂ ਵਿੱਚ ਵੀ ਅਸੀਂ ਇੰਡੀਪੈਂਡੈਂਟ ਮੈਂਬਰ ਆ ਇਸ ਵੇਲੇ। ਸੋ ਇਹ ਕਰਕੇ ਤੇ ਹੋਰ ਵੀ ਅਸੀਂ ਸਿੱਖ ਆਸਟ੍ਰੇਲੀਅਨ ਸਪੋਰਟ ਫੈਮਿਲੀ ਵਾਇਲੈਂਸ, ਅਸੀਂ ਇੱਥੇ ਸੁਡਾਨੀਜ਼ ਕਮਿਊਨਿਟੀ, ਹੋਰ ਵੀ ਕਮਿਊਨਿਟੀ ਨਾਲ ਅਸੀਂ ਜੁਆਇਨ ਪ੍ਰੋਜੈਕਟ ਕਰਕੇ ਤੇ ਇਹ ਫੈਮਿਲੀ ਵਾਇਲੈਂਸ ਦੀ ਪ੍ਰੀਵੈਂਸ਼ਨ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ। ਮੈਂ ਤੁਹਾਡੇ ਕੋਲੋਂ ਹੁਣ ਜਾਣਨਾ ਚਾਹਾਂਗਾ ਕਿ ਤੁਸੀਂ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਆਏ ਜੇ, ਉਹ ਤੁਸੀਂ ਕਿਹੜੇ ਮੁੱਦੇ ਤੁਸੀਂ ਲੈ ਕੇ ਆ ਰਹੇ ਹੋ? ਮੈਂ ਜ਼ਿਆਦਾਤਰ ਜਿਹੜੇ ਮੁੱਦੇ ਹੈਗੇ ਨੇ ਅਸੀਂ ਅਗਲੀ ਵਾਰੀ ਕਰਾਂਗੇ, ਮਗਰ ਇਸ ਟਾਈਮ ਦੇ ਉੱਤੇ ਜਿਹੜੇ ਕੋਈ ਖਾਸ ਜਿਹੜੇ ਮੁੱਦੇ ਹੈਗੇ ਨੇ ਲੋਕਾਂ ਨਾਲ ਜੁੜੇ ਹੋਏ ਨੇ, ਤੇ ਉਹ ਮੁੱਦਿਆਂ ਬਾਰੇ ਥੋੜਾ ਜਿਹਾ ਦੱਸੋ ਕਿ ਕਿਹੜੇ ਮੁੱਦੇ ਤੁਸੀਂ ਲੈ ਕੇ ਆ ਰਹੇ ਹੋ? ਅਸੀਂ ਜਦੋਂ ਇਹ ਸੋਚਿਆ ਸੀ ਵੀ ਕਾਉਂਸਲ ਵਿੱਚ ਖੜਨਾ ਇਲੈਕਸ਼ਨ ਵਿੱਚ, ਮੈਂ ਕਾਫੀ ਸੋਚ ਰਿਹਾ ਵੀ ਕਾਫੀ ਫੈਮਲੀਆਂ ਨਾ ਜਿਹੜੇ ਸਿਰਫ ਸਿੱਖ ਪਰਿਵਾਰ ਨਹੀਂ, ਹੋਰ ਵੀ ਸਾਰੇ ਕਮਿਊਨਿਟੀ ਕਾਫੀ ਸਟਰਗਲ ਕਰ ਰਹੇ ਆ, ਮੈਂਟਲ ਹੈਲਥ ਇਸ਼ੂ, ਕਈ ਇਸ਼ੂ ਚੱਲ ਰਹੇ, ਤੇ ਮੈਂ ਸੋਚਿਆ ਕਿਵੇਂ ਰਿਪਰੈਜ਼ੈਂਟ ਕਰਾਂ। ਫਿਰ ਕਈ ਮੇਰੇ ਫਰੈਂਡ ਨੇ, ਗੋਰਿਆਂ ਨੇ ਵੀ ਕਿਹਾ, ਆਈ ਥਿੰਕ ਇਟਸ ਅਬਾਊਟ ਟਾਈਮ ਵੀ ਹੈਵ somebody from multicultural community standing for election। ਫਿਰ ਮੈਂ ਸੋਚਿਆ, ਪਰਿਵਾਰ ਨਾਲ ਡਿਸਕਸ ਕੀਤਾ, ਬਹੁਤ ਸੋਚਣਾ ਪਿਆ ਕਿ ਇਹਦੇ ਵਿੱਚ ਜਦੋਂ ਬਣ ਗਏ, ਇਹਦਾ ਮਤਲਬ ਨਹੀਂ ਕਿ ਕਾਉਂਸਲਰ ਬਣ ਗਿਆ ਤੇ ਕੰਮ ਮੁੱਕ ਗਿਆ, ਉਦੋਂ ਕੰਮ ਸ਼ੁਰੂ ਹੁੰਦਾ ਵਾ। ਕੰਮ ਸ਼ੁਰੂ ਹੁੰਦਾ, ਇਹ ਕੰਮ ਕਰਨ ਨੂੰ ਆਪ ਦਾ ਕੰਮ ਥੋੜਾ ਛੱਡਣਾ ਪੈਂਦਾ, ਫੇਰ ਇਹ ਕੰਮ ਹੁੰਦਾ ਵਾ। ਸੋ ਇਹ ਸਾਰਾ ਸੋਚ ਸਮਝ ਕੇ ਭਈ ਕੀ ਮੈਂ ਕਮਿਊਨਿਟੀ ਇਸ ਕਾਰਡੀਨੀਆ ਸ਼ਾਏ ਵਿੱਚ, ਜਿੱਥੇ ਖਾਸ ਤੌਰ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਹੈਂਟੀ ਵਿੱਚ, ਭਈ ਇੱਥੇ ਮੈਂ ਲੋਕਲ ਜਿੱਥੇ ਮੈਂ ਰਹਿ ਰਿਹਾ ਵਾਂ, ਮੈਨੂੰ ਆਪਣੇ ਰੈਸੀਡੈਂਸ ਦਾ ਪਤਾ ਵਾ, ਭਈ ਇੱਥੇ ਮੈਂ ਖੜਾ ਹੋ ਕੇ ਕੁਛ ਨਾ ਕੁਛ ਇਹਨਾਂ ਬਾਰੇ ਰਿਪਰੈਜ਼ੈਂਟੇਸ਼ਨ ਕਰਾਂ, ਕੋਈ ਪ੍ਰੋਗਰਾਮ ਲਾਵਾਂ ਜਿੱਥੇ ਸਾਰੇ ਰੈਸੀਡੈਂਟ ਨੂੰ ਫਾਇਦਾ ਹੋਵੇ। ਇਹ ਨਹੀਂ ਸਿਰਫ ਸਿੱਖਾਂ ਵਾਸਤੇ, ਸਿੱਖਾਂ ਦੀ ਆਵਾਜ਼ ਵੀ ਹੋਊਗੀ, ਪਰ ਅਸੀਂ ਕਮਿਊਨਿਟੀ ਲੈਵਲ ਤੇ ਜਾ ਰਹੇ ਹਾਂ। ਵੇ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜੀ ਤੁਹਾਨੂੰ ਕੋਈ ਖਾਸ ਕੋਈ ਚੀਜ਼ ਬਹੁਤ ਜ਼ਿਆਦਾ ਲੱਗਦੀ ਹੈ ਕਿ ਜੇਕਰ ਤੁਸੀਂ ਸਿਲੈਕਟ ਹੁੰਦੇ ਹੋ, ਤੇ ਕਿਹੜੀ ਚੀਜ਼ ਐਸੀ ਹੈਗੀ ਹੈ ਕਿ ਜਿਹਦੇ ਲਈ ਤੁਸੀਂ ਆਵਾਜ਼ ਪਹਿਲੇ ਚੁੱਕਣਾ ਚਾਹੁੰਦੇ ਹੋ? ਇਸ਼ੂਸ ਬਹੁਤ ਹੈਗੇ ਨੇ, ਜੇ ਮੈਂ ਇੱਕ ਲਵਾਂ, ਆਈ ਮੀਨ ਬਿਕਾਜ਼ ਇਹ ਫੈਮਿਲੀ ਵਾਇਲੈਂਸ ਤੇ ਹੈਗੀ ਆ, ਕਿਉਂਕਿ ਘਰ ਵਿੱਚ ਇਸ ਵੇਲੇ ਲੋਕਡਾਊਨ ਕਰਕੇ ਨਾ ਕਾਫੀ ਸਾਨੂੰ ਫੋਨ ਕਾਲ ਵੀ ਆ ਰਹੇ ਆ। ਸਾਡੀ ਜਿਹੜੀ ਫੈਮਿਲੀ ਵਾਇਲੈਂਸ ਦੀ ਇਸ਼ੂ ਆ ਕਾਫੀ ਵੱਧ ਗਈ ਸਾਡੀ ਕਮਿਊਨਿਟੀ ਵਿੱਚ, ਤੇ ਕੋਰਟਾਂ ਵਿੱਚ ਵੀ ਅਸੀਂ ਪਤਾ ਕੀਤਾ ਭਈ ਸਾਡੇ ਨੰਬਰ ਬਹੁਤ ਉੱਚੇ ਜਾ ਰਹੇ ਆ, ਤੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਕੇ ਭਈ ਥਰੂ ਐਜੂਕੇਸ਼ਨ ਪ੍ਰੀਵੈਂਸ਼ਨ ਕਿਵੇਂ ਕਰ ਸਕਦੇ ਆ। ਤੇ ਹੋਰ ਪ੍ਰੋਗਰਾਮ ਜੇ ਵੇਖੀਏ, ਮੈਨੂੰ ਪਤਾ ਸਾਰੇ ਰੇਟ ਬਾਰੇ ਕਹਿ ਰਹੇ ਆ, ਰੇਟ ਕਿਵੇਂ ਕਰਨੀ, ਠੀਕ ਆ, ਅਸੀਂ ਨਹੀਂ ਕਹਿੰਦੇ ਵੀ ਰੇਟ ਡਾਊਨ ਲਿਆਉਣੇ ਆ, ਤੇ ਅਸੀਂ ਨਹੀਂ ਕਹਿੰਦੇ ਨਹੀਂ ਲਿਆਉਣੇ। ਅੰਦਰ ਜਾ ਕੇ ਪਹਿਲਾਂ ਪਤਾ ਕਰ ਲਈਏ ਭਈ ਕੀ ਸਕੀਮ ਹੈਗੀ, ਕਿਸ ਤਰੀਕੇ ਨਾਲ ਅਸੀਂ ਇਹਨੂੰ ਲਿਆ ਸਕੀਏ। ਜੇ ਮੈਂ ਕਹਿ ਦੇਵਾਂ ਮੈਂ ਜੀ ਤੁਹਾਡੀ ਰੇਟ ਥੱਲੇ ਕਰਾ ਦੂੰਗਾ, ਪਰ ਅੰਦਰ ਜਾ ਕੇ ਜੇ ਵੇਖੀਏ ਰੇਟ ਥੱਲੇ ਸਹੀ ਹੋ ਸਕਦੀ ਆ ਕਿ ਨਹੀਂ ਹੋ ਸਕਦੀ ਆ, ਕਿਉਂਕਿ ਕਾਉਂਸਲ ਰੇਟ ਦੇ ਸਿਰ ਤੇ ਚੱਲਦੀ ਨਾ, ਖਰਚੇ ਪਾਣੀ ਜੋ ਵੀ। ਜੇ ਹੁਣ ਮੈਂ ਕਹਾਂ ਭਾਈ ਇੱਥੇ ਪਲੇਗਰਾਊਂਡ ਅਸੀਂ ਕੋਈ ਇੰਪਰੂਵ ਕਰਨਾ, ਕਿਉਂਕਿ ਲੋਕਾਂ ਨੂੰ ਐਕਸਰਸਾਈਜ਼ ਦੀ ਲੋੜ ਆ, ਤੇ ਜੇ ਪਲੇਗਰਾਊਂਡ ਤੇ ਜਾਈਏ ਘੱਟ ਤੋਂ ਘੱਟ ਵਧੀਆ ਐਕਸਰਸਾਈਜ਼ ਇਕਵਿਪਮੈਂਟ ਹੋਣ ਲੋਕਾਂ ਵਾਸਤੇ। ਤੇ ਇੱਥੇ ਕਾਫੀ ਬਿਰਧ ਬੁੱਢੇ ਵੀ ਹੈਗੇ ਆ, ਉਹਨਾਂ ਨੇ ਜਦੋਂ ਆਪਣੀ ਜਿਹੜੀ ਉਹ ਵੀਲ ਚੇਅਰ ਦੇ ਨਾਲ ਜਾਂਦੇ ਆ, ਉਹ ਫੁੱਟਪਾਥ ਵੀ ਵੇਖਣੇ ਹੁੰਦੇ ਆ। ਹੋਰ ਵੀ ਪਰਿਵਾਰਾਂ ਦੇ ਪ੍ਰੋਗਰਾਮ ਜਿਹਦੇ ਵਿੱਚ ਉਹਨਾਂ ਦੇ ਮੈਂਟਲ ਹੈਲਥ ਇਸ਼ੂ ਆ, ਉਹਨਾਂ ਨੂੰ ਕਿਵੇਂ ਅਸੀਂ ਪ੍ਰੋਗਰਾਮ ਉਹਨਾਂ ਦੇ ਘਰ ਤੱਕ ਪਹੁੰਚਾਈਏ, ਕਿਵੇਂ, ਭਾਵੇਂ ਆਊਟਰੀਚ ਪ੍ਰੋਗਰਾਮ ਤੋਂ ਜਾਂ ਆਨਲਾਈਨ ਤੋਂ। ਸੋ ਜਦੋਂ ਅਸੀਂ ਅੰਦਰ ਜਾ ਕੇ ਹੋਰ ਜਿਹੜੇ ਜਿੱਥੋਂ ਤੱਕ ਥੋੜਾ ਮੈਂ ਵੇਖਿਆ ਭਈ ਬਹੁਤ ਇਸ਼ੂਸ ਚੱਲ ਰਹੇ ਨੇ, ਪਰ ਇਹ ਇੱਕ ਇਸ਼ੂ ਇਮੀਡੀਏਟਲੀ ਜਿਹੜਾ ਹੈਗਾ ਵਾ, ਫਾਈਨੈਂਸ਼ੀਅਲ ਡਿਫਿਕਲਟੀ ਚੱਲ ਰਹੀ ਆ ਕਮਿਊਨਿਟੀ ਵਿੱਚ, ਕਿਉਂਕਿ ਲੋਕਾਂ ਨੇ ਕੰਮ ਲੋਸ ਜਾਂ ਜੌਬ ਕੰਮ ਵਿੱਚੋਂ ਕੱਟੇ ਗਏ ਆ, ਭਾਵੇਂ ਉਹਨਾਂ ਨੂੰ ਜੌਬ ਕੀਪਰਸ ਵੀ ਮਿਲਦੀ ਆ, ਪਰ ਉਹ ਖਰਚਾ ਕਈ ਵਾਰ ਪੂਰਾ ਨਹੀਂ ਹੁੰਦਾ, ਤੇ ਲੋਕੀ ਕਾਫੀ ਸਟ੍ਰੈਸ ਹੋਏ ਆ। ਆਈ ਥਿੰਕ ਦ ਬਿਗੇਸਟ ਇਸ਼ੂ ਇਸ ਵੇਲੇ ਮੈਂਟਲ ਹੈਲਥ ਚੱਲ ਰਿਹਾ ਵਾ, ਤੇ ਇਹਦਾ ਐਡਰੈਸ ਕਰਨਾ, ਇਹਦੇ ਕਈ ਲੈਵਲ ਹੁੰਦੇ ਆ। ਸੋ ਉਹ ਕਿਵੇਂ ਕਰਨੇ, ਅਸੀਂ ਇਸ ਤੋਂ ਬਾਅਦ ਸਰਵੇ ਵੀ ਕਰਨੀ ਆ। ਜਦੋਂ ਕੰਮ ਸ਼ੁਰੂ ਹੋਇਆ ਤੇ ਕੰਸਲਟੇਟਿਵ ਵੇ, ਜਾਣੀ ਕਿ ਸਾਰਿਆਂ ਨੂੰ ਪੁੱਛ ਕੇ
ਉਹਨਾਂ ਦੀ ਸਲਾਹ ਲੈ ਕੇ, ਉਹਨਾਂ ਦਾ ਆਈਡੀਆ ਲੈ ਕੇ ਉਹਨੂੰ ਇੱਕ ਫਰੇਮਵਰਕ ਵਿੱਚ ਪਾ ਕੇ ਤੇ ਫਿਰ ਪ੍ਰੈਜ਼ੈਂਟ ਕਰਨਾ, ਤੇ ਉਹਦੇ ਨਾਲ ਫਿਰ ਡਾਟਾ ਬੈਕਿੰਗ ਚਾਹੀਦੀ ਆ, ਫਿਰ ਗਵਰਨਮੈਂਟ ਵਿੱਚ ਕਾਉਂਸਲ ਵਿੱਚ ਸ਼ਿਫਟ ਹੁੰਦਾ ਵਾ ਪ੍ਰੋਗਰਾਮ। ਸੋ ਜਿਹੜੀ ਵੀ ਗੱਲ ਕਰਨੀ ਉਹਦੀ ਬੈਕਅਪ, ਪ੍ਰੂਫ, ਐਵੀਡੈਂਸ, ਡਾਟਾ ਹੋਵੇ, ਫਿਰ ਕੰਮ ਬਹੁਤ ਸੌਖੇ ਨਾਲ ਤੁਸੀਂ ਚੇਂਜਸ ਕਮਿਊਨਿਟੀ ਦੇ ਫਾਇਦੇ ਵਾਸਤੇ ਲਿਆ ਸਕਦੇ ਹੋ। ਜਸਵੀਰ ਸਿੰਘ ਜੀ, ਤੁਸੀਂ ਜਾਣ ਤੋਂ ਪਹਿਲੇ ਹੈਂਟੀ ਵਾਰਡ ਦੇ ਜਿਹੜੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਕਿਉਂ ਤੁਹਾਨੂੰ ਵੋਟ ਪਾਣ? ਕੁਝ ਥੋੜੀ ਜੀ ਅਪੀਲ ਉਹਨਾਂ ਪਰ ਮੇਰੀ ਇੱਕ ਤੁਹਾਡੇ ਨਾਲ ਪ੍ਰੋਮਿਸ ਆ ਭਈ, ਜਦੋਂ ਮੈਂ ਕਮਿਊਨਿਟੀ ਦੇ ਲੈਵਲ ਤੇ ਜਾਣਾ, ਉਹਨਾਂ ਨੂੰ ਪੁੱਛਦਾ ਵਾਂ ਜੋ ਵੀ ਉਹਨਾਂ ਦੇ ਕੰਸਰਨ ਆ, ਉਹ ਪੂਰਾ ਫੁੱਲ ਫੋਰਸ ਦਾ ਮੈਂ ਉਹਨਾਂ ਵਾਸਤੇ ਕਾਉਂਸਲ ਵਿੱਚ ਲੜਦਾ ਤੇ ਪ੍ਰੈਜ਼ੈਂਟ ਇਸ ਤਰੀਕੇ ਨਾਲ ਕਰੂੰਗਾ ਭਈ ਜਿੱਥੇ ਤੱਕ ਕੁਛ ਨਾ ਕੁਛ ਉਹਨਾਂ ਨੂੰ ਜ਼ਰੂਰ ਉਹ ਉਹਨਾਂ ਦੀ ਜੋ ਲੋੜਾਂ ਵਾ ਉਹ ਪੂਰੀਆਂ ਕਰਨ। ਇਹ ਮੇਰੀ ਕੌਨਸ਼ੀਅਸ ਆ। ਕੌਨਸ਼ੀਅਸ ਹੁੰਦਾ ਭਈ ਜਿਹੜੀ ਗੱਲ ਤੁਸੀਂ ਕੀਤੀ ਆ ਉਹਦੇ ਵਿੱਚ ਤੇ ਸੱਚੇ ਰਹਿਣਾ, ਕਿਉਂਕਿ ਸਾਡੇ ਗੁਰੂ ਨੇ ਕਿਹਾ ਹੈ ਨਾ, ਜੋ ਅੰਦਰ ਉਹ ਬਾਹਰ ਕਰਨਾ। ਇਹ ਨਹੀਂ ਭਈ ਬਾਹਰੋਂ ਹੋਰ ਤੇ ਅੰਦਰੋਂ ਹੋਰ। ਉਹ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜੇ ਕਰਨਾ ਵਾ, ਸਾਡੀ ਕੌਨਸ਼ੀਅਸ, ਸਾਡੀ ਨੀਅਤ ਠੀਕ ਹੋਵੇ ਭਈ ਕਿਹੜੀ ਨੀਅਤ ਨਾਲ ਮੈਂ ਕੰਮ ਕਰਿਆ। ਮੇਰੀ ਨੀਅਤ ਇਹੋ ਆ ਭਈ ਕਮਿਊਨਿਟੀ ਦਾ ਹੈਲਪ ਕਰਨਾ, ਤੇ ਜੇ ਲੋੜ ਪਈ ਕਾਉਂਸਲ 'ਚ ਜਾ ਕੇ ਹੈਲਪ ਕਰਨੀ ਤੇ ਉੱਥੇ ਜਾਵਾਂਗੇ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜਸਵੀਰ ਸਿੰਘ ਜੀ ਸਾਡੇ ਨਾਲ ਜੁੜਨ ਦਾ। ਤੇ ਮਗਰ ਅਗਲੀ ਵਾਰੀ ਅਸੀਂ ਗੱਲ ਕਰਾਂਗੇ ਉਹਨਾਂ ਸਾਰੇ ਮੁੱਦਿਆਂ ਦੀ, ਕਿਉਂਕਿ ਅੱਜ ਅਸੀਂ ਕਿਸੇ ਵੀ ਮੁੱਦੇ ਦੇ ਉੱਤੇ ਪਾਰਟਿਕੂਲਰ ਕੋਈ ਖਾਸ ਗੱਲ ਨਹੀਂ ਕੀਤੀ, ਮਗਰ ਅਗਲੀ ਵਾਰੀ ਤੁਹਾਡੇ ਕੋਲੋਂ ਟਾਈਮ ਲੈਣਾ ਚਾਹਾਂਗੇ ਤਾਂ ਜੋ ਹੈਂਟੀ ਵਾਰਡਸ ਦੇ ਮੁੱਦੇ ਹੈਗੇ ਨੇ ਲੋਕਾਂ ਨੂੰ ਪਤਾ ਚੱਲ ਸਕੇ ਵੀ ਕਿਹੜੇ ਕਿਹੜੇ ਮੁੱਦੇ ਦੇ ਉੱਤੇ ਤੁਹਾਡੀ ਕੀ ਸੋਚ ਹੈਗੀ ਹੈ, ਜਾਂ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਹੈਂਡਲ ਕਰਨਾ ਜਾ ਰਹੇ ਹੋ, ਜਿਹੜੇ ਲੋਕਾਂ ਨਾਲ ਜੁੜੇ ਤੁਹਾਡੇ ਵਾਰਡ ਦੇ ਮੁੱਦੇ ਹੈਗੇ ਨੇ। ਸੋ ਅਗਲੀ ਇੰਟਰਵਿਊ ਅਸੀਂ, ਕਿਉਂਕਿ ਇੱਥੇ ਮਲਟੀਕਲਚਰ ਕਮਿਊਨਿਟੀ ਹੈ, ਸਾਰੀਆਂ ਵੱਖੋ-ਵੱਖਰੇ ਲੋਕ ਰਹਿੰਦੇ ਨੇ, ਤੇ ਅਗਲੀ ਇੰਟਰਵਿਊ ਸਾਡੀ ਇੰਗਲਿਸ਼ ਦੇ ਵਿੱਚ ਹੋਏਗੀ ਤੇ ਅਸੀਂ ਉਸ ਨੂੰ ਪਹਿਲੇ ਅਨਾਉਂਸ ਵੀ ਕਰਾਂਗੇ ਕਿ ਉਹ ਕਿਸ ਟਾਈਮ ਤੇ ਹੋਏਗੀ, ਤਾਂ ਜੋ ਸਾਰੇ ਦੇਖਣ ਵਾਲੇ ਉਸ ਨੂੰ ਸੁਣ ਸਕਣ, ਸਮਝ ਸਕਣ। ਤੇ ਇਸ ਦੇ ਨਾਲ ਹੀ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ, ਆਪਣਿਆਂ ਲਈ ਆਪਣਾ ਫਰੈਂਡਸ ਚੈਨਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਾਡੀ ਇੰਪਲੋਇਮੈਂਟ ਏਜੰਸੀ 360 ਆਵਰਸ ਤੇ ਜੋਬ ਰੈਡੀ ਪ੍ਰੋਗਰਾਮ ਲੱਭਣ ਵਿੱਚ ਸਹਾਇਤਾ ਕਰਦੀ ਹੈ। ਜਿੰਨਾ ਵੀ ਸਟੂਡੈਂਟ ਨੇ ਆਪਣੀ ਸਟੱਡੀ ਖਤਮ ਕਰ ਲਈ ਹੈ ਜਾਂ ਕਰਨ ਵਾਲੇ ਨੇ, ਉਹ ਸਾਡੇ ਨਾਲ ਕੰਟੈਕਟ ਕਰਨ। ਸਟੂਡੈਂਟਸ ਤੇ EMPLOYERS ਦੇ ਵਿਚਾਲੇ 360 ਆਵਰਸ ਨੂੰ ਤੇ ਜੋਬ ਰੈਡੀ ਪ੍ਰੋਗਰਾਮ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਾਫੀ ਡਿਸਪਿਊਟ ਹੋ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਸਾਡੀ ਇੱਕੋ ਇੱਕ ਆਸਟ੍ਰੇਲੀਆ ਦੀ ਪਹਿਲੀ ਕੰਪਨੀ ਆ ਜਿਹੜੀ ਉਹਨਾਂ ਦੋਵਾਂ ਦੇ ਵਿਚਾਲੇ ਬ੍ਰਿਜ ਦੀ ਤਰ੍ਹਾਂ ਕੰਮ ਕਰਦੀ ਆ। ਹੁਣੇ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਵੀਜ਼ਾ ਇੰਟਰੋਡਿਊਸ ਕੀਤਾ 491। ਸਾਡੀ ਕੰਪਨੀ ਉਹਦੇ ਲਈ ਵੀ ਕੰਮ ਕਰਦੀ ਹੈ। ਜਿਹੜੇ ਵੀ ਸਟੂਡੈਂਟਸ ਨੇ ਆਪਣਾ ਸਟੇਟ ਸਪਾਂਸਰ ਪਾਉਣੀ ਹੈ ਜਾਂ ਕੰਟਰੀ ਸਾਈਡ ਜਾਣਾ ਆ, ਉਹਨੂੰ ਉਹਦੀ ਫੀਲਡ ਦੇ ਵਿੱਚ ਜੋ ਕਿ 12 ਮੰਥ ਦੀ ਕੰਟਰੈਕਟ ਜੋਬ ਚਾਹੀਦੀ ਆ, ਉਹ ਵੀ ਅਸੀਂ ਲੱਭ ਕੇ ਹੈਲਪ ਕਰਦੇ ਹਾਂ।